हाँ जी। सो मास डिफेक्ट इट इज फाउंड दैट मास ऑफ न्यूक्लियस इज लेस देन द सम ऑफ मास ऑफ ऑल इट्स कंस्टिट्यूएंट्स। सो ये चीज़ ਆਪਾਂ ऑलरेडी पता है कर चुके हैं कि अपने को ਜਿਹੜਾ मास है न्यूक्लियस ਦਾ it is somewhat different from the number of protons and number of neutrons। अगर ਆਪਾਂ protons and neutrons ਦਾ mass ਦਾ sum ਵੀ ਕਰ ਲਈਏ, ਜਿਹੜਾ theoretical ਆਪਾਂ ਲਿਮਿਟ ਲੈ ਕੇ ਚੱਲਦੇ ਹਾਂ, ਤਾਂ ਉਹਦੇ ਨਾਲੋਂ ਜਿਹੜਾ ਐਕਚੁਅਲ ਨਿਊਕਲੀਅਸ ਦਾ ਮਾਸ ਹੋਏਗਾ ਥੋੜਾ ਜਿਹਾ ਡਿਫਰੈਂਟ ਹੋਏਗਾ, ਜਿਸ ਨੂੰ ਆਪਾਂ ਮਾਸ ਡਿਫੈਕਟ ਦਾ ਨਾਮ ਦਿੰਦੇ ਹਾਂ। ਸੋ ਇਹ ਚੀਜ਼ ਆਪਾਂ ਲਾਸਟ ਟਾਈਮ ਡਿਸਕਸ ਕਰ ਚੁੱਕੇ ਹਾਂ। ਸੋ ਮਾਸ ਡਿਫੈਕਟ ਦੇ ਰਾਈਜ਼ ਹੋਣ ਕਰਕੇ ਆਪਣੇ ਕੋਲ ਕਾਫੀ ਸਾਰੀਆਂ ਇੰਪੋਰਟੈਂਟ ਪ੍ਰੋਪਰਟੀਜ਼ ਵਗੈਰਾ ਡਿਸਕਸ ਹੁੰਦੀਆਂ ਹੈ। ਉਹਨਾਂ ਵਿੱਚੋਂ ਇੱਕ ਪ੍ਰੋਪਰਟੀਜ਼ ਹੈ ਬੇਟਾ ਪੈਕਿੰਗ ਫ੍ਰੈਕਸ਼ਨ। ਸੋ ਪੈਕਿੰਗ ਫ੍ਰੈਕਸ਼ਨ ਜਿਹੜਾ ਹੈ ਕਿ ਤੁਹਾਡੇ ਨਿਊਕਲੀਅਸ ਦੀ ਸਟੇਬਿਲਿਟੀ ਨੂੰ ਕਾਊਂਟਰ ਕਰਦਾ ਹੈ। ਸੋ ਨਿਊਕਲੀਅਸ ਕਿੰਨਾ ਸਟੇਬਲ ਹੈ ਕਿੰਨਾ ਅਨਸਟੇਬਲ ਹੈ, ਉਹ ਪੈਕਿੰਗ ਫ੍ਰੈਕਸ਼ਨ ਐਂਡ ਉਹਦੀ ਬਾਈਂਡਿੰਗ એનર્ਜੀ ਦੇ ਉੱਪਰ ਡਿਪੈਂਡ ਕਰੇਗਾ। So mass defect per elementary particle or a nucleon, it is defined as delta m divided by capital A। delta m तो हटा mass defect हो गया divided by number of nucleons और mass number हो गया। So delta m की है already define कर चुके हैं, atomic mass minus mass number। atomic mass थोड़ा theoretical mass होएगा and mass number जेड़ा actual विच तुसी identify करते हो for a particular nuclei। सो मास डिफेक्ट पर न्यूक्लियर ਨੂੰ ਆਪਾਂ ਜਦੋਂ ਆਇਡੈਂਟੀਫਾਈ ਕਰਦੇ ਆ, ਅਗਰ ਆਪਾਂ ਇਹਦੇ ਵਿੱਚ ਗ੍ਰਾਫ ਪਲਾਟ ਕਰੀਏ ਪੈਕਿੰਗ ਫ੍ਰੈਕਸ਼ਨ ਐਂਡ ਆਪਣੇ ਕੋਲ ਮਾਸ ਨੰਬਰ ਆਏਗਾ, ਤਾਂ ਉਸ ਕੇਸ ਦੇ ਵਿੱਚ ਜਦੋਂ ਆਪਾਂ ਗ੍ਰਾਫ ਪਲਾਟ ਕਰਾਂਗੇ ਤਾਂ ਕੁਝ ਇਸ ਤਰ੍ਹਾਂ ਦਾ ਆਪਣੇ ਕੋਲ ਨਜ਼ਰ ਆਏਗਾ। ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੇਟਾ ਕਿ ਆਪਣੇ ਕੋਲ ਸਟਾਰਟਿੰਗ ਦੇ ਵਿੱਚ ਜਿਹੜੇ ਕਰਸਰ ਮੂਵ ਕਰ ਰਿਹਾ, ਸਟਾਰਟਿੰਗ ਦੇ ਵਿੱਚ ਆਪਣੇ ਕੋਲ ਜਦੋਂ ਮਾਸ ਨੰਬਰ ਬਹੁਤ ਜ਼ਿਆਦਾ ਘੱਟ ਹੋਏਗਾ ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਜਿਹੜਾ ਪੈਕਿੰਗ ਫ੍ਰੈਕਸ਼ਨ ਹੈ ਬਹੁਤ ਜ਼ਿਆਦਾ ਹੋਏਗਾ ਐਂਡ ਉਸ ਤੋਂ ਬਾਅਦ ਜਿੱਦਾਂ ਵਿਦ ਟਾਈਮ मूव करता रहेगा, जिस तरह अपने को मास नंबर बढ़ेगा तो उस केस ਦੇ ਵਿੱਚ ਆਪਣੇ ਕੋਲ ਜਿਹੜਾ ਪੈਕਿੰਗ ਫ੍ਰੈਕਸ਼ਨ ਹੈ ਉਹ ਡਿਕਰੀਜ਼ ਹੁੰਦਾ ਜਾਏਗਾ ਐਂਡ ਉਸ ਦੇ ਕਿਤੇ ਨਾ ਕਿਤੇ ਜਾ ਕੇ ਇਹ ਨੰਬਰ 네ਗੇਟਿਵ ਵੀ ਹੋ ਜਾਏਗਾ। ਸੋ ਦਿਸ ਨੰਬਰ ਇਜ਼ ਬੋਥ ਪੋਜ਼ਿਟਿਵ ਐਸ ਵੈਲ ਐਸ 네ਗੇਟਿਵ ਐਂਡ ਇੱਕ ਲਿਮਿਟ ਤੋਂ ਅੱਗੇ ਜਾ ਕੇ देयर इज लिमिट ऑफ 180 ਮਾਸ ਨੰਬਰ, ਉਸ ਤੋਂ ਅੱਗੇ ਜਾ ਕੇ ਤੁਹਾਡੇ ਕੋਲ ਇਹ ਨੰਬਰ ਦੁਬਾਰਾ ਪੋਜ਼ਿਟਿਵ ਹੋਣ ਲੱਗ ਜਾਂਦਾ ਹੈ। ਸੋ ਅਗਰ ਇਸ ਕਰਕੇ ਆਪਾਂ ਕੀ ਇਨਫਰੈਂਸਸ ਡਰਾ ਕਰ ਸਕਦੇ ਹਾਂ, ਸੋ ਆਪਾਂ ਮੈਂਸ਼ਨ ਵੀ ਕੀਤੇ ਹੋਏ packing fraction for low mass number is more and decreases rapidly with atomic mass and has a trend as shown in the figure। तो ट्रेंड में प्रॉपर्ली दिखा चुका है जी। उस तो बाद पैकिंग फ्रैक्शन है फंडामेंटल प्रॉपर्टी है न्यूक्लियस की, ये ताकि स्टेबिलिटी ऑफ द न्यूक्लियस दसेगा वेदर द न्यूक्लियस इज मोर स्टेबल और अनस्टेबल। सो एक चीज याद रखियो बेटा, जिस न्यूक्लियस का पैकिंग फ्रैक्शन नेगेटिव होएगा वो न्यूक्लियस कंपैरेटिवली ज्यादा स्टेबल होएगा एज कंपेयर टू न्यूक्लियाई विद पॉजिटिव मास फ्रैक्शन। सो पैकिंग फ्रैक्शन के केस में नेगेटिव पैकिंग फ्रैक्शन जेड़ा कि वैल्यू बनी हुई सी नीचे, ਉਹਦੇ केस में अपने को सम मास कन्वर्टेड इनटू एनर्जी ड्यूरिंग द फॉर्मेशन ऑफ द न्यूक्लियस। सो नेगेटिव पैकिंग फ्रैक्शन ਦਾ मतलब ਕੀ ਹੋ ਗਿਆ ਆਪਣੇ ਕੋਲ, ਉਸ केस ਦੇ ਵਿੱਚ ਤੁਹਾਡੇ ਕੋਲ ਡੈਲਟਾ m 네ਗੇਟਿਵ ਹੋ ਜਾਂਦਾ ਹੈ, मतलब ਜਿਹੜਾ ਨਿਊਕਲੀਅਸ ਦਾ ਮਾਸ ਹੈ ਉਹ ਤੁਹਾਡਾ ਜ਼ਿਆਦਾ ਹੋ ਜਾਂਦਾ ਹੈ ਐਜ਼ ਕੰਪੇਅਰ ਟੂ ਥਿਓਰੈਟੀਕਲ ਲਿਮਿਟ। ਇਸ केस ਦੇ ਵਿੱਚ ਕੀ ਹੋ ਗਿਆ, ਤੁਹਾਨੂੰ ਕੁਝ ਨਾ ਕੁਝ એનર્ਜੀ ਜਿਹੜੀ ਹੈ ਕਨਵਰਟ ਹੁੰਦੀ ਹੈ ਮਾਸ ਤੋਂ, ਜਿਸ ਦੇ ਵਿੱਚ ਤੁਹਾਡੇ ਕੋਲ ਕੁਝ ਨਾ ਕੁਝ ਸਟੇਬਿਲਿਟੀ ਅਰਾਈਜ਼ ਹੁੰਦੀ ਹੈ। ਸੋ ਅਗਰ ਤੁਹਾਡੇ ਕੋਲ ਸਟੇਬਿਲਿਟੀ ਅਰਾਈਜ਼ ਹੋਏਗੀ ਤਾਂ ਕਿਸੇ ਨਾ ਕਿਸੇ ਉਹਦੀ ਲਿਮਿਟ ਹੋਏਗੀ ਐਂਡ ਉਸ ਦਾ ਕੋਈ ਨਾ ਕੋਈ ਕਾਜ਼ ਜ਼ਰੂਰ ਹੋਏਗਾ। ਸੋ ਅਗਰ ਕਿਸੇ ਚੀਜ਼ ਦੇ ਉੱਪਰ ਜ਼ਿਆਦਾ એનર્ਜੀ ਅਵੇਲੇਬਲ ਹੈ ਤਾਂ ਕਿਤੇ ਘੱਟ ਵੀ ਅਵੇਲੇਬਲ ਹੋਏਗੀ, ਤਾਂ ਇਸ ਚੀਜ਼ ਇਦਾਂ ਹੈ। ਸੋ ਉਸ ਤੋਂ ਬਾਅਦ ਆਪਣੇ ਕੋਲ ਆਏਗਾ ਬਾਈਂਡਿੰਗ એનર્ਜੀ ਦਾ ਕਨਸੈਪਟ ਆਏਗਾ। ਬਾਈਂਡਿੰਗ એનર્ਜੀ ਕੀ ਹੋਏਗੀ, ਸੋ ਪੈਕਿੰਗ ਫ੍ਰੈਕਸ਼ਨ ਦੀ ਸਿਮਿਲਰਲੀ ਐਨਾਲੋਜੀ ਦੇ ਉੱਪਰ ਬਾਈਂਡਿੰਗ એનર્ਜੀ ਦੀ ਟਰਮ ਆਉਂਦੀ ਹੈ, ਜਿਸ ਤਰ੍ਹਾਂ ਡੈਲਟਾ m ਆਪਾਂ ਆਲਰੇਡੀ ਕੰਸੀਡਰ ਕਰ ਚੁੱਕੇ ਹਾਂ। ਤਾਂ ਬਾਈਂਡਿੰਗ એનર્ਜੀ ਜਿਹੜੀ ਹੈ, ਸੋ ਬਾਈਂਡਿੰਗ એનર્ਜੀ ਇਟ ਇਜ਼ ਇਕੁਅਲ ਟੂ ਡੈਲਟਾ m ਇਨਟੂ c ਸਕੁਅਰ, ਜਿਸ ਤਰ੍ਹਾਂ ਆਇਨਸਟਾਈਨ ਦੀ ਇਕੁਏਸ਼ਨ ਦਿੱਤੀ ਹੋਈ ਹੈ E is equal to m into c square। ਸੋ ਬਾਈਂਡਿੰਗ એનર્ਜੀ ਵੀ ਮਾਸ ਤੋਂ ਹੀ ਡਰਾਈਵ ਹੁੰਦੀ ਹੈ, ਬਿਕੋਜ਼ ਮਾਸ ਐਂਡ એનર્ਜੀ ਆਰ ਦੀ ਸੇਮ ਫਾਰਮ, ਟੂ ਡਿਫਰੈਂਟ ਫਾਰਮਸ ਆਫ ਦੀ ਸੇਮ ਥਿੰਗ। ਇਹ ਆਇਨਸਟਾਈਨ ਨੇ ਡਿਪਿਕਟ ਕੀਤਾ ਹੋਇਆ। ਸੋ ਡੈਲਟਾ m ਆਪਾਂ ਨੂੰ ਪਤਾ ਹੈ, ਤੁਹਾਡੇ ਕੋਲ ਥਿਓਰੈਟੀਕਲ ਲਿਮਿਟ ਦਿੱਤੀ ਹੋਈ ਹੈ, ਐਕਸਪੈਰੀਮੈਂਟਲ ਲਿਮਿਟ ਦਿੱਤੀ ਹੋਈ ਹੈ, ਦੋਨਾਂ ਨੂੰ ਮਾਈਨਸ ਕਰੋਗੇ ਡੈਲਟਾ m ਆਏਗਾ ਇਨਟੂ c ਸਕੁਅਰ, ਤੁਸੀਂ ਆਲਰੇਡੀ ਨੋਟ ਕੀਤਾ ਹੋਏਗਾ। ਸੋ ਇਹਦੀ ਡੈਫੀਨੇਸ਼ਨ ਆਪਾਂ ਲਿਖੀ ਹੋਈ ਹੈ, એનર્ਜੀ ਇਕੁਇਵਲੈਂਟ ਆਫ ਮਾਸ ਡਿਫੈਕਟ ਇਨ ਅ ਨਿਊਕਲੀਅਸ ਇਜ਼ ਦੀ એનર્ਜੀ ਨੀਡਡ ਟੂ ਹੋਲਡ ਔਰ ਬਾਈਂਡ ਦੀ ਨਿਊਕਲੀਅਨ ਟੁਗੇਦਰ ਇਨਸਾਈਡ ਦੀ ਨਿਊਕਲੀਅਸ। ਸੋ ਇਟ ਇਜ਼ ਅ ਮੈਜਰ ਆਫ ਦੀ ਸਟੇਬਿਲਿਟੀ ਆਫ ਨਿਊਕਲੀਅਸ। ਸੋ ਤੁਹਾਡੇ ਕੋਲ ਥਿਓਰੈਟੀਕਲ ਐਂਡ ਐਕਸਪੈਰੀਮੈਂਟਲ ਲਿਮਿਟ ਦੇ ਵਿੱਚ ਜਿੰਨਾ ਡਿਫਰੈਂਸ ਹੋਏਗਾ, ਉਹ ਜਿਹੜਾ ਮਾਸ ਹੈ ਉਹਨੂੰ ਆਪਾਂ ਜਦੋਂ એનર્ਜੀ ਦੇ ਵਿੱਚ ਕਨਵਰਟ ਕਰਾਂਗੇ ਤਾਂ ਉਹ ਨਿਊਕਲੀਅਸ ਦੀ ਸਟੇਬਿਲਿਟੀ ਨੂੰ ਟੇਕ ਕੇਅਰ ਕਰਨ ਦੇ ਵਿੱਚ ਹੈਲਪ ਕਰੇਗਾ। ਸੋ ਨਿਊਕਲੀਅਸ ਦੀ ਜਿਹੜੀ ਬਾਈਂਡਿੰਗ એનર્ਜੀ ਹੈ ਉਹਦੇ ਮਾਸ ਡਿਫੈਕਟ ਤੋਂ ਰਾਈਜ਼ ਹੁੰਦੀ ਹੈ। ਸੋ ਜਿੰਨਾ ਵੀ ਨਿਊਕਲੀਅਰ ਮਾਸ ਦਾ ਫਰਕ ਹੋਏਗਾ ਫਰੋਮ ਐਕਚੁਅਲ ਮਾਸ, ਉਹ ਸਾਰੇ ਦਾ ਸਾਰਾ એનર્ਜੀ ਦੀ ਫਾਰਮ ਦੇ ਵਿੱਚ ਐਗਜ਼ਿਸਟ ਕਰੇਗਾ, ਜਿਹੜਾ ਕਿ ਨਿਊਕਲੀਅਸ ਨੂੰ ਬਾਈਂਡ ਕਰਕੇ ਰੱਖਣ ਦਾ ਕੰਮ ਕਰੇਗਾ। ਸੋ ਬਾਈਂਡਿੰਗ એનર્ਜੀ ਇਹਨੂੰ ਆਪਾਂ ਦੂਸਰੀ ਟਰਮ ਦੇ ਵਿੱਚ ਵੀ ਡਿਫਾਈਨ ਕਰ ਸਕਦੇ ਹਾਂ। So binding energy is also redefined as energy required to break up the nucleons into its constituents and to keep them at rest at infinite distance from each other।
ਸੋ ਬਾਈਂਡਿੰਗ એનર્ਜੀ ਨੂੰ ਆਪਾਂ ਦੂਸਰੇ ਵੇ ਦੇ ਨਾਲ ਜਦੋਂ ਡਿਫਾਈਨ ਕਰਦੇ ਹਾਂ ਤਾਂ ਇਹਨੂੰ ਕੀ ਕਰ ਸਕਦੇ ਹਾਂ ਕਿ ਨਿਊਕਲੀਅਸ ਨੂੰ ਬ੍ਰੇਕ ਅਪਾਰਟ ਕਰਨ ਦੇ ਵਿੱਚ ਕਿੰਨੀ એનર્ਜੀ ਚਾਹੀਦੀ ਹੈ, ਕਿਉਂਕਿ ਹਰੇਕ ਨਿਊਕਲੀਅਸ ਦੀ ਆਪਣੀ ਬਾਈਂਡਿੰਗ એનર્ਜੀ ਹੋਏਗੀ ਤਾਂ ਸਾਰਿਆਂ ਦੇ ਵਿੱਚ ਆਪਣੇ ਆਪਣੇ એનર્ਜੀ ਚਾਹੀਦੀ ਹੋਏਗੀ, ਕਿਸੇ ਵਿੱਚ ਜ਼ਿਆਦਾ એનર્ਜੀ ਚਾਹੀਦੀ ਹੈ, ਕਿਸੇ ਦੇ ਵਿੱਚ ਘੱਟ ਚਾਹੀਦੀ ਹੈ, ਡਿਪੈਂਡਿੰਗ ਔਨ ਦੀ ਰਿਕੁਆਇਰਮੈਂਟਸ ਐਂਡ ਡਿਪੈਂਡਿੰਗ ਔਨ ਦੀ ਸਟੇਬਿਲਿਟੀ ਆਫ ਨਿਊਕਲੀਅਸ। ਸੋ to keep them apart at infinite distance and to break them ਜਿੰਨੀ એનર્ਜੀ ਚਾਹੀਦੀ ਹੋਏਗੀ ਉਹਨੂੰ ਬਾਈਂਡਿੰਗ એનર્ਜੀ ਦਾ ਨਾਮ ਦਿੱਤਾ ਜਾਂਦਾ ਹੈ। ਸੋ ਬਾਈਂਡਿੰਗ એનર્ਜੀ ਹੋਰ ਕੁਝ ਨਹੀਂ ਹੈ ਬੇਟਾ, ਜਿੰਨੀ એનર્ਜੀ ਦੇ ਨਾਲ ਨਿਊਕਲੀਅਸ ਨੂੰ ਬ੍ਰੇਕ ਕੀਤਾ ਜਾ ਸਕਦਾ ਹੈ ਜਾਂ ਜਿੰਨੀ એનર્ਜੀ ਦੇ ਨਾਲ ਨਿਊਕਲੀਅਸ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਉਹਨੂੰ ਬਾਈਂਡਿੰਗ એનર્ਜੀ ਦੀ ਟਰਮ ਦੇ ਵਿੱਚ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਸੋ ਇੱਕ ਇੰਪੋਰਟੈਂਟ ਟਰਮ ਹੈ ਬੇਟਾ ਬਾਈਂਡਿੰਗ એનર્ਜੀ ਪਰ ਨਿਊਕਲੀਅਰ। ਸੋ ਬਾਈਂਡਿੰਗ એનર્ਜੀ B ਡਿਵਾਈਡਡ ਬਾਈ A ਲਿਖਿਆ ਹੋਇਆ। ਸੋ ਬਾਈਂਡਿੰਗ એનર્ਜੀ ਪਰ ਮਾਸ ਨੰਬਰ ਦੇ ਨਾਲ ਇਹਨੂੰ ਰਿਪਰੈਜ਼ੈਂਟ ਕਰਦੇ ਆ। ਸੋ ਇਹਨੂੰ ਆਪਾਂ ਫਾਰਮੂਲੇਟ ਕਰ ਸਕਦੇ ਆ, ਇਹ ਜਿਹੜਾ ਫਾਰਮੂਲਾ ਆਪਣੇ ਕੋਲ ਲਿਖਿਆ ਹੋਇਆ ਆਲਰੇਡੀ, ਇਹਦੇ ਵਿੱਚ ਆਪਾਂ ਕੀ ਕਰਾਂਗੇ, ਆਪਾਂ ਇਹਦੇ ਵਿੱਚ ਇੱਕ ਨੰਬਰ ਆਫ ਇਲੈਕਟ੍ਰੋਨਸ ਜਿਹੜੇ ਹੈਗੇ ਮਾਸ ਆਫ ਦੀ ਇਲੈਕਟ੍ਰੋਨਸ ਉਹਨੂੰ ਆਪਾਂ ਇਹਦੇ ਵਿੱਚ ਐਡ ਵੀ ਕਰਾਂਗੇ ਐਂਡ ਇਹਦੇ ਵਿੱਚ ਸਬਟ੍ਰੈਕਟ ਵੀ ਕਰਾਂਗੇ। ਸੋ ਮੈਂ ਸਿਗਨੀਫਾਈ ਕੀਤਾ ਹੋਇਆ ਕਿੱਥੇ ਇਹ ਟਰਮ ਐਡ ਕੀਤੀ ਹੈ, ਕਿੱਥੇ ਇਹ ਟਰਮ ਆਪਾਂ ਮਾਈਨਸ ਕੀਤੀ ਹੋਈ ਹੈ। ਸੋ ਜਿਸ ਵੇਲੇ ਆਪਾਂ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਹੋ ਗਏ ਬੇਟਾ, ਜਿੰਨੇ ਨੰਬਰ ਆਫ ਪ੍ਰੋਟੋਨਸ ਹੋਣਗੇ, ਇਸੇ ਕਰਕੇ Z into ਮਾਸ ਆਫ ਦੀ ਇਲੈਕਟ੍ਰੋਨਸ, ਮਾਸ ਆਫ 1 ਇਲੈਕਟ੍ਰੋਨ ਕੈਪੀਟਲ ਆਫ Me ਲਿਖਿਆ ਹੋਏਗਾ ਐਂਡ Z ਕਿੰਨੇ ਹੋ ਗਏ ਬੇਟਾ, ਨੰਬਰ ਆਫ ਇਲੈਕਟ੍ਰੋਨਸ ਹੋ ਗਏ। ਸੋ Z into Me ਇਸ ਟਰਮ ਦੇ ਵਿੱਚ ਐਡ ਵੀ ਕੀਤਾ ਹੋਇਆ ਐਂਡ ਇਸ ਟਰਮ ਦੇ ਵਿੱਚ ਸਬਟ੍ਰੈਕਟ ਵੀ ਕੀਤਾ ਹੋਇਆ। ਸੋ ਅਗਰ ਤੁਸੀਂ ਮਾਸ ਆਫ ਪ੍ਰੋਟੋਨ ਐਂਡ ਮਾਸ ਆਫ ਇਲੈਕਟ੍ਰੋਨ ਨੂੰ ਕੰਬਾਈਨ ਕਰ ਦੋਗੇ ਤਾਂ ਆਪਣੇ ਕੋਲ ਕੀ ਬਚੇਗਾ, ਹਾਈਡਰੋਜਨ ਐਟਮ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਕੀ ਬਚੇਗਾ, ਮਾਸ ਆਫ ਨਿਊਕਲੀਅਸ ਐਂਡ ਮਾਸ ਆਫ ਦੀ ਇਲੈਕਟ੍ਰੋਨਸ ਐਂਡ ਇਹ ਕੀ ਬਣੇਗਾ ਬੇਟਾ, ਟੋਟਲ ਨੰਬਰ ਆਫ ਐਟਮਸ ਬਣ ਜਾਣਗੇ। ਸੋਰੀ ਮਾਸ ਆਫ 1 ਐਟਮ ਬਣ ਜਾਏਗਾ। ਸੋ ਇਹਨੂੰ ਤੁਸੀਂ ਟੇਕ ਕੇਅਰ ਕਰ ਸਕਦੇ ਹੋ, ਮੈਂ ਪ੍ਰੋਪਰਲੀ ਲਿਖਿਆ ਹੋਏਗਾ। ਇਹ ਜਿਹੜੀ ਟਰਮ ਹੈ ਮਾਸ ਆਫ ਐਟਮ ਨੂੰ ਕੋਰਸਪੋਂਡ ਕਰਦੀ ਹੈ, ਇਹ ਟਰਮ ਜਿਹੜੀ M of H ਹੈ ਇਹ ਤੁਹਾਡੇ ਮਾਸ ਆਫ ਹਾਈਡਰੋਜਨ ਐਟਮ ਨੂੰ ਕੋਰਸਪੋਂਡ ਕਰਦੀ ਹੈ। ਸੋ ਬਾਈਂਡਿੰਗ એનર્ਜੀ ਆਪਣੇ ਕੋਲ ਆ ਗਿਆ ਹੈ ਬੇਟਾ, ਇਹਨੂੰ ਆਪਾਂ ਰੀਫਾਰਮ ਕਰ ਸਕਦੇ ਹਾਂ, ਥੋੜਾ ਵੇਰੀਏਸ਼ਨ ਕੀਤੀ ਹੋਈ ਹੈ ਇਹ ਵਾਲੀ ਜਿਹਦੇ ਨਾਲ, ਜਿਹਦੇ ਵਿੱਚ ਜਿਹੜੀ ਟਰਮ ਦੇ ਨਾਲ ਮਾਸ ਨੰਬਰ ਹੈ ਉਹ ਆਪਾਂ ਅੱਗੇ ਮੂਵ ਕੀਤਾ ਹੋਇਆ, ਬਾਕੀ ਸਾਰਾ ਪਾਰਟ ਡਿਫਰੈਂਟਲੀ ਮੂਵ ਕੀਤਾ ਹੋਇਆ। Z ਜਿਹਦੇ ਵਿੱਚ ਕਾਮਨ ਆ ਗਿਆ ਤਾਂ ਕਾਮਨ ਆ ਗਿਆ, ਜਿਹਦੇ ਵਿੱਚ ਨਹੀਂ ਹੈ ਤਾਂ ਉਹਨੂੰ ਸੈਪਰੇਟ ਆਊਟ ਕਰ ਦਿੱਤਾ। ਸੋ ਉਸ ਤੋਂ ਬਾਅਦ ਆਪਾਂ ਕੀ ਹੈ ਬੇਟਾ, ਬਾਈਂਡਿੰਗ એનર્ਜੀ ਪਰ ਨਿਊਕਲੀਅਰ ਆਪਾਂ ਰਿਪਰੈਜ਼ੈਂਟ ਕੀਤਾ ਹੋਇਆ ਮਾਸ M ਡਿਵਾਈਡਡ M of N ਮਾਈਨਸ Z ਬਾਈ A ਲਿਖਿਆ ਹੋਏਗਾ। ਉਹਦੇ ਵਿੱਚ ਕੀ ਹੈ, ਬਾਈਂਡਿੰਗ એનર્ਜੀ ਨੂੰ ਮਾਸ ਨੰਬਰ ਦੇ ਨਾਲ ਡਿਵਾਈਡ ਕੀਤਾ ਹੋਇਆ। ਸੋ ਉਸ ਤੋਂ ਬਾਅਦ ਕੀ ਹੈ, ਇਸ ਟਰਮ ਦੇ ਵਿੱਚੋਂ 1 ਮਾਈਨਸ ਕੀਤਾ ਹੈ ਐਂਡ 1 ਐਡ ਕੀਤਾ ਹੋਏਗਾ। ਜਿਸ ਵੇਲੇ ਇਹਦੇ ਵਿੱਚ 1 ਐਡ ਕਰਾਂਗੇ ਔਰ ਉਸ ਕੇਸ ਵਿੱਚ ਆਪਣੇ ਕੋਲ ਕੀ ਆਏਗਾ, M minus A by A ਦੀ ਟਰਮ ਰਾਈਜ਼ ਹੋ ਜਾਏਗੀ। ਸੋ ਉਸ ਤੋਂ ਬਾਅਦ ਕੀ ਹੈ, ਇਹ ਤੁਹਾਡੇ ਕੋਲ ਮਾਸ ਮਾਈਨਸ ਐਟੋਮਿਕ ਮਾਸ ਨੰਬਰ, ਇਹ ਤੁਹਾਡਾ ਪੈਕਿੰਗ ਫ੍ਰੈਕਸ਼ਨ ਬਣ ਜਾਏਗਾ। ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜੀ ਟਰਮਸ ਬਚਣਗੀਆਂ ਉਹਨੂੰ ਆਪਾਂ ਲਿਖ ਸਕਦੇ ਹਾਂ। ਇਹਦੇ ਵਿੱਚ ਆਪਾਂ ਪ੍ਰੋਪਰਲੀ ਵੈਲਿਊਜ਼ ਵਗੈਰਾ ਫਿਲ ਕਰਕੇ ਡਿਨੋਟ ਕਰ ਸਕਦੇ ਹਾਂ ਕਿ ਕਿਹੜੀ ਵੈਲਿਊ ਦਾ ਕਿੰਨਾ ਮਤਲਬ ਹੈ। ਸੋ Z by A ਅਗਰ ਆਪਾਂ ਨੋਟ ਕਰੀਏ ਤਾਂ ਜਿਹੜੀ ਮਾਸ ਜਿਹੜੀ ਬਾਈਂਡਿੰਗ એનર્ਜੀ ਹੈ ਉਸ ਕੇਸ ਦੇ ਵਿੱਚ ਉਹਦੇ ਵਿੱਚ ਜਿਹੜੀ Z by A ਦਾ ਫ੍ਰੈਕਸ਼ਨ ਆਏਗਾ, ਬਿਕੋਜ਼ ਇਸ ਰੇਂਜ ਦੇ ਵਿੱਚ ਅਗਰ ਆਪਾਂ ਕੋਲ ਮਾਸ ਨੰਬਰ 40, ਪਲੀਜ਼ ਸਕ੍ਰੈਚਿੰਗ ਨਹੀਂ ਕਰਨੀ। ਕੌਣ ਸਕ੍ਰੈਚਿੰਗ ਕਰ ਰਿਹਾ ਜੀ, ਪਲੀਜ਼ ਡੋਂਟ, ਮੈਂ ਕਲਾਸ ਤੋਂ ਬਾਹਰ ਕੱਢ ਦਾਂਗਾ ਬੇਟਾ। ਸੋ ਮਾਸ ਨੰਬਰ ਜਿਹੜਾ ਹੈ 40 ਐਂਡ 120 ਦੇ ਵਿੱਚ ਜਦੋਂ ਆਉਂਦਾ ਹੈ ਤਾਂ ਉਸ ਕੇਸ ਵਿੱਚ Z ਡਿਵਾਈਡਡ ਬਾਈ A ਜਿਹੜਾ ਹੈ ਉਹ 0.52 ਲੈ ਕੇ 0.42 ਦੀ ਰੇਂਜ ਦੇ ਵਿੱਚ ਆਪਣੇ ਕੋਲ ਐਗਜ਼ਿਸਟ ਕਰਦਾ ਹੈ, ਬਿਕੋਜ਼ ਇਸ ਰੇਂਜ ਦੇ ਵਿੱਚ ਜਿਹੜਾ ਮਾਸ ਨੰਬਰ ਹੈ ਉਹ ਤੁਹਾਡਾ ਅਪਰੋਕਸੀਮੇਟਲੀ ਡਬਲ ਹੁੰਦਾ ਹੈ ਐਟੋਮਿਕ ਨੰਬਰ ਦਾ। ਬਿਕੋਜ਼ ਜਿਸ ਤਰ੍ਹਾਂ ਅਗਰ ਸੋਡੀਅਮ ਦੀ ਆਪਾਂ ਗੱਲ ਕਰਦੇ ਹਾਂ ਤਾਂ 11 ਉਹਦਾ ਐਟੋਮਿਕ ਨੰਬਰ ਹੋਏਗਾ ਐਂਡ 23 ਉਹਦਾ ਮਾਸ ਨੰਬਰ ਹੋਏਗਾ। ਜਸਟ ਲਾਈਕ 11 into 2 ਟਾਈਮਸ ਆਪਣੇ ਕੋਲ ਜਿਹੜਾ ਹੋਏਗਾ ਬੇਟਾ ਉਹਨੂੰ ਆਪਾਂ ਕਾਊਂਟਰ ਕਰਾਂਗੇ 22 ਜਾਂ 23 ਦੇ ਨਾਲ। ਅਗਰ 20 ਆਇਰਨ ਆਪਾਂ ਲੈ ਲਈਏ ਤਾਂ 26 ਇਹਦਾ ਐਟੋਮਿਕ ਨੰਬਰ ਹੈ, 56 ਉਹਦਾ ਮਾਸ ਨੰਬਰ ਹੈ। ਸੋ 26 ਦੇ ਅਕੋਰਡਿੰਗ ਐਂਡ 11 ਦੇ ਅਕੋਰਡਿੰਗ ਜਾਂ ਉਹਦੇ ਆਪਾਂ ਅਗਰ ਟਾਈਟੇਨੀਅਮ ਦੀ ਗੱਲ ਕਰੀਏ, ਸਕੈਂਡੀਅਮ ਜਾਂ ਹੋਰ ਕੋਈ ਮਟੀਰੀਅਲ ਦੀ ਗੱਲ ਕਰੀਏ, ਐਲੀਮੈਂਟ ਦੀ ਗੱਲ ਕਰੀਏ ਤਾਂ ਇਹ ਜਿਹੜਾ ਪੈਕਿੰਗ Z ਡਿਵਾਈਡਡ ਬਾਈ A ਹੈ 1/2 ਦੇ ਅਪਰੋਕਸੀਮੇਟਲੀ ਕੋਰਸਪੋਂਡ ਕਰੇਗਾ। ਸੋ ਇਟ ਵਿਲ ਬੀ ਅਪਰੋਕਸੀਮੇਟਲੀ 0.5। ਅਗਰ ਆਪਾਂ ਇਹਨਾਂ ਦਾ ਮੀਨ ਲੈ ਲਈਏ ਤਾਂ 0.46 ਦੇ ਅਰਾਊਂਡ ਆਉਂਦਾ ਹੈ। ਪੈਕਿੰਗ ਫ੍ਰੈਕਸ਼ਨ ਇਹ ਆਲਮੋਸਟ ਆਪਾਂ ਐਵਰੇਜ ਆਊਟ ਕੀਤਾ ਹੋਇਆ, ਇਹਦੀ ਵੈਲਿਊ ਆਪਾਂ ਨੋਟ ਕਰ ਸਕਦੇ ਹਾਂ। ਮਾਸ ਆਫ ਦੀ ਨਿਊਕਲੀਅਸ ਮਾਈਨਸ ਮਾਸ ਆਫ ਦੀ ਹਾਈਡਰੋਜਨ ਐਟਮ, ਇਹਨੂੰ ਆਪਾਂ ਡਿਨੋਟ ਕਰ ਸਕਦੇ ਹਾਂ। ਇਹਦੀ ਐਵਰੇਜ ਵੈਲਿਊ ਲਿਖੀ ਹੋਈ ਹੈ। ਸੋ ਅਗਰ ਆਪਾਂ ਇਹ ਸਾਰੇ ਫੈਕਟਰ ਇੱਥੇ ਫਿਲ ਆਊਟ ਕਰ ਦਈਏ ਤਾਂ ਐਵਰੇਜ ਵੈਲਿਊ ਫॉर ਦਿਸ ਰੇਂਜ ਆਪਣੇ ਕੋਲ ਜਿਹੜੀ ਆਏਗੀ ਇਟ ਵਿਲ ਬੀ 8.5 MeV ਪਰ ਨਿਊਕਲੀਅਨ ਦੇ ਬਰਾਬਰ ਹੋ ਜਾਏਗਾ। ਸੋ ਅਗਰ ਆਪਾਂ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਨੂੰ ਮਾਸ ਨੰਬਰ ਦੇ ਨਾਲ ਪਲਾਟ ਕਰਾਂਗੇ ਤਾਂ ਜਿਹੜੀ ਐਵਰੇਜ ਆਊਟ ਵੈਲਿਊ ਹੈ ਉਹ ਇੱਥੇ ਲਾਈ ਕਰੇਗੀ। ਸੋ ਇਟ ਵਿਲ ਬੀ ਅ ਬ੍ਰੌਡ ਮੈਕਸਿਮਾ ਵਿਦ ਅ ਮੈਕਸਿਮਮ ਵੈਲਿਊ ਆਫ 8.5 MeV ਪਰ ਨਿਊਕਲੀਅਨ। ਐਂਡ ਜਿਹੜੀ ਸਟਾਰਟਿੰਗ ਵਾਲੀ ਰੇਂਜ ਹੈ ਉਹ ਇੰਟਰਸਟਿੰਗ ਹੈ, ਉਹ ਆਪਾਂ ਡਿਸਕਸ ਕਰ ਸਕਦੇ ਹਾਂ। ਐਂਡ ਇਹਦੇ ਵਿੱਚ ਸਪਾਈਕਸ ਅਬਜ਼ਰਵ ਹੁੰਦੀਆਂ। ਪਹਿਲੀ ਜਿਹੜੀ ਸਪਾਈਕ ਆਏਗੀ ਬੇਟਾ ਹੀਲੀਅਮ ਦੇ ਕੇਸ ਵਿੱਚ ਆਏਗੀ। ਉਸ ਤੋਂ ਬਾਅਦ ਆਪਣੇ ਕੋਲ ਜਿਹੜੀ ਸਪਾਈਕ ਆਏਗੀ ਦੈਟ ਵਿਲ ਬੀ ਬ੍ਰਿਲੀਅਮ। ਉਸ ਤੋਂ ਬਾਅਦ ਆਪਣੇ ਕੋਲ ਕਾਰਬਨ ਦੀ ਆਏਗੀ। ਉਸ ਤੋਂ ਬਾਅਦ ਆਕਸੀਜਨ ਐਂਡ ਨਿਓਨ ਦੀ ਸਪਾਈਕ ਆਏਗੀ। ਐਂਡ ਇਹ ਚੀਜ਼ਾਂ ਜਿਹੜੀਆਂ ਇਹ ਆਪਣੇ ਕੋਲ ਐਕਸਟਰਾ ਸਟੇਬਿਲਿਟੀ ਆਫ ਨਿਊਕਲੀਅਸ ਨੂੰ ਟੇਕ ਕੇਅਰ ਕਰਦੀਆਂ।
ਜਿਹੜੇ ਇਹਨੂੰ ਡਿਪਿਕਟ ਕਰਦੀਆਂ ਆਪਣੇ ਕੋਲ ਜਿਸ ਵੇਲੇ ਲਿਕੁਇਡ ਡ੍ਰੌਪ ਮਾਡਲ ਹੈ ਸ਼ੈਲ ਮਾਡਲ ਦੀ ਕਨਸੈਪਟ ਆਣਗੇ ਤਾਂ ਉਸ ਕੇਸ ਵਿੱਚ ਆਪਾਂ ਇਹਦੇ ਬਾਰੇ ਡਿਸਕਸ ਕੀਤਾ ਜਾ ਸਕਦਾ ਹੈ ਵੀ ਕਿ ਇਦਾਂ ਦੇ ਸਪਾਈਕ ਕਿਉਂ ਉਤਰ ਹੁੰਦੇ ਆ। ਤਾਂ ਬ੍ਰੌਡ ਮੈਕਸਿਮਾ ਦੀ ਟਰਮ ਮੈਂ ਤੁਹਾਨੂੰ ਦੱਸ ਦਿੱਤੀ ਹੈ। ਮੈਕਸਿਮਮ ਸਟੇਬਿਲਿਟੀ ਜਿਹੜੀ ਹੈ ਆਇਰਨ ਦੀ ਹੁੰਦੀ ਹੈ 8.5 MeV ਤੇ ਪਰ ਨਿਊਕਲੀਅਨ ਦੇ ਕੇਸ ਕੋਰਸਪੋਂਡਿੰਗ ਇਹਦੀ ਬਾਈਂਡਿੰਗ ਐਨਰਜੀ ਆਉਂਦੀ ਹੈ। ਤਾਂ ਆਇਰਨ ਇਜ਼ ਮੋਸਟ ਸਟੇਬਲ, ਇਸੇ ਕਰਕੇ ਆਇਰਨ ਨੂੰ ਆਪਾਂ ਸੋਲਿਡ ਜ਼ਿਆਦਾ ਮੰਨ ਕੇ ਚੱਲਦੇ ਕਿ ਆਇਰਨ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ। ਸੋ ਇਹ ਚੀਜ਼ਾਂ ਆਪਾਂ ਡਿਸਕਸ ਕਰ ਚੁੱਕੇ ਹਾਂ। ਸੋ ਬਾਈਂਡਿੰਗ એનર્ਜੀ ਮੈਂ ਜਿਹੜੀ ਚੀਜ਼ਾਂ ਬੋਲੀਆਂ ਬੇਟਾ ਉਹ ਸੇਮ ਇੱਥੇ ਲਿਖੀਆਂ ਹੋਈਆਂ। ਬਾਈਂਡਿੰਗ એનર્ਜੀ ਪਰ ਨਿਊਕਲੀਅਨ ਫॉर ਹਾਈਡਰੋਜਨ ਲਾਈਕ ਲਾਈਟ ਨਿਊਕਲੀਆਈ ਇਜ਼ ਲੋ ਐਂਡ ਉਸ ਤੋਂ ਬਾਅਦ ਕੀ ਹੈ ਜਿਹੜੇ ਅਗਰ ਮਾਸ ਨੰਬਰ ਦੀ ਗੱਲ ਕਰੀਏ 2 to 20 ਤਾਂ ਆਪਣੇ ਕੋਲ ਸਪਾਈਕਸ ਆਉਂਦੀਆਂ ਐਂਡ ਥੀਸ ਜਿਹੜੀ ਸਪਾਈਕਸ ਹੈ ਜਾਂ ਪੀਕਸ ਹੈ ਇਹਦੀ ਇੰਡੀਕੇਟ ਸਟੇਬਿਲਿਟੀ ਆਫ ਦੀ ਨਿਊਕਲੀਅਸ of these nuclei rather than their neighborhood. So ਜਿਹੜੇ neighborhoods nuclei ਹੋਣਗੇ ਉਹ ਇੰਨੇ ਸਟੇਬਲ ਨਹੀਂ ਹੋਣਗੇ than the peaks. ਸੋ ਉਸ ਤੋਂ ਬਾਅਦ ਕੀ ਹੈ ਕਰਵ ਹੈਜ਼ ਅ ਬ੍ਰੌਡ ਮੈਕਸਿਮਾ 8.5 MeV ਪਰ ਨਿਊਕਲੀਅਨ ਆਪਣੇ ਕੋਲ ਲਿਖਿਆ ਹੋਏਗਾ। ਉਸ ਤੋਂ ਬਾਅਦ ਕੀ ਹੈ ਇਹ ਅਗਰ ਆਪਣੇ ਕੋਲ A greater than ਔਰ 56 ਆਉਂਦਾ ਹੈ ਤਾਂ ਉਸ ਕੇਸ ਦੀ ਬਾਈਂਡਿੰਗ એનર્ਜੀ ਘਟਣ ਲੱਗ ਜਾਂਦੀ ਹੈ। ਉਸ ਦੇ ਵਿੱਚ ਜਿਹੜੀ ਮਿਨੀਮਮ ਵੈਲਿਊ 7.6 MeV ਦੇ ਕੋਰਸਪੋਂਡ ਆ ਜਾਂਦੀ ਹੈ। ਸੋ ਇਹ ਗ੍ਰਾਫ ਤੋਂ ਹੀ ਵੈਲਿਊਜ਼ ਲਈਆਂ ਹੋਈਆਂ, ਜ਼ਿਆਦਾ ਕੋਈ ਡਿਟੇਲ ਦੀ ਲੋੜ ਨਹੀਂ ਹੈ, ਲੇਕਿਨ ਫਿਰ ਵੀ ਤੁਹਾਨੂੰ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇਹ ਚੀਜ਼ਾਂ ਯਾਦ ਰੱਖਣੀਆਂ ਪੈਣਗੀਆਂ। ਸੋ ਬਾਈਂਡਿੰਗ એનર્ਜੀ ਸਮਾਲ ਫॉर ਲਾਈਟ ਐਂਡ ਹੈਵੀਅਰ ਨਿਊਕਲੀਆਈ ਜਿਹੜੇ ਮਿਡ ਰੇਂਜ ਹੋਣਗੇ ਉਹਦੀ ਸਟੇਬਿਲਿਟੀ ਜ਼ਿਆਦਾ ਹੋਏਗੀ। In order to attain high value of binding energy per nucleon ਜਿਹੜੇ ਹੈਵੀ ਨਿਊਕਲੀਆਈ ਹੈ ਉਹ ਲਾਈਟ ਦੇ ਵਿੱਚ ਆ ਜਾਂਦੇ। ਲਾਈਟ ਨਿਊਕਲੀਅਰ ਦੇ ਵਿੱਚ ਉਹਨਾਂ ਦੀ ਟੁੱਟਣ ਦੀ ਕੋਸ਼ਿਸ਼ ਕਰਦੇ ਜਿਹਨੂੰ ਪੋਪੂਲੇਸ਼ਨ ਕਹਿੰਦੇ, ਜਿੱਦਾਂ ਨਿਊਕਲੀਅਰ ਬੰਬ ਦੀ ਗੱਲ ਆਉਂਦੀ ਹੈ। ਜਿਹੜਾ ਲਾਈਟ ਨਿਊਕਲੀਆਈ ਹੈ ਉਹ ਕੀ ਕਰਨਗੇ ਫਿਊਜ਼ ਹੋਣ ਦੀ ਕੋਸ਼ਿਸ਼ ਕਰਨਗੇ ਜਿਹਨੂੰ ਆਪਾਂ ਫਿਊਜ਼ਨ ਦੀ ਗੱਲ ਕਰਦੇ ਹਾਂ। ਜਿਹੜਾ ਸਨ ਹੈ ਸਨ ਦੇ ਵਿੱਚ ਫਿਊਜ਼ਨ ਰਿਐਕਸ਼ਨ ਚੱਲਦੀ ਹੈ ਐਂਡ ਐਟੋਮਿਕ ਬੰਬ ਦੇ ਵਿੱਚ ਫਿਸ਼ਨ ਰਿਐਕਸ਼ਨ ਚੱਲਦੀ ਹੈ। ਠੀਕ ਹੈ ਜੀ। ਸੋ ਇਦਾਂ ਦੇ ਕਨਸੈਪਟ ਆਪਣੇ ਕੋਲ ਆ ਜਾਣੇ ਆ। ਸੋ ਇਨ ਫਿਊਜ਼ਨ ਐਂਡ ਫਿਸ਼ਨ ਲਾਰਜ ਅਮਾਉਂਟ ਆਫ એનર્ਜੀ ਇਜ਼ ਰਿਲੀਜ਼ਡ। ਸੋ ਇਸ ਅੱਜ ਦੇ ਟੌਪਿਕ ਦੇ ਵਿੱਚ ਇੰਨਾ ਹੀ ਮਟੀਰੀਅਲ ਸੀਗਾ ਬੇਟਾ, ਲੇਕਿਨ ਜਿਹੜੀ ਚੀਜ਼ ਮੇਨ ਹੈ ਉਹ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਿਆ ਕਿ ਆਪਣੇ ਕੋਲ ਜਿਹੜਾ ਗ੍ਰਾਫ ਆਏਗਾ ਬਾਈਂਡਿੰਗ એનર્ਜੀ ਕਰਵ ਆਏਗੀ ਇਹ ਤੁਹਾਨੂੰ ਕਿਤੇ ਨਾ ਕਿਤੇ ਇੰਟਰਵਿਊ ਦੇ ਵਿੱਚ ਵੀ ਪੁੱਛਿਆ ਜਾਂਦਾ ਹੈ ਐਂਡ ਫਾਈਨਲ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਟ ਵੀ ਹੈ। ਤੇ ਤੁਸੀਂ ਬਾਈਂਡਿੰਗ એનર્ਜੀ ਦੀ ਗੱਲ ਕਰੋਗੇ ਅਗਰ ਲਾਈਟਰ ਨਿਊਕਲੀਆਈ ਹੈ ਲੋਅਰ ਨਿਊਕਲੀਆਈ ਜਾਂ ਹਾਈਡਰੋਜਨ ਲਾਈਕ ਹੈ ਤਾਂ ਉਹਨਾਂ ਦੀ ਬਾਈਂਡਿੰਗ એનર્ਜੀ ਬਹੁਤ ਜ਼ਿਆਦਾ ਘੱਟ ਹੋਏਗੀ। ਅਗਰ ਆਪਣੇ ਕੋਲ ਜਿਹੜੇ ਲੋਅਰ ਮਾਸ ਨੰਬਰ ਦੇ ਨਿਊਕਲੀਆਈ ਹੈ ਉਹ ਕੀ ਹੋਣਗੇ ਉਹ ਅੱਗੇ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਉਹਦੀ ਬਾਈਂਡਿੰਗ એનર્ਜੀ ਵਧੇਗੀ। ਮਤਲਬ ਹਾਈਡਰੋਜਨ ਮਿਕਸ ਹੋ ਕੇ ਹੀਲੀਅਮ ਬਣਾਉਣਗੇ ਜਿੱਦਾਂ ਕਿ ਸੂਰਜ ਸਨ ਦੇ ਵਿੱਚ ਹੁੰਦਾ ਹੈ, ਸੂਰਜ ਦੀ ਰਿਐਕਸ਼ਨ ਹੁੰਦੀ ਹੈ ਐਂਡ ਹੋਰ ਵੀ ਜਿਹੜੇ ਦੂਸਰੇ ਸਟਾਰ ਹੈ ਉਹਨਾਂ ਵਿੱਚ ਵੀ ਇਹੀ ਰਿਐਕਸ਼ਨ ਹੁੰਦੀ ਹੈ। ਜਿਹੜੇ ਹੈਵੀ ਨਿਊਕਲੀਅਸ ਹੈ ਜਸਟ ਲਾਈਕ ਯੂਰੇਨੀਅਮ ਉਹ ਕੀ ਕਰਨਗੇ ਆਪਣੇ ਆਪ ਨੂੰ ਐਕਸਟਰਾ ਸਟੇਬਿਲਿਟੀ ਅਟੇਨ ਕਰਨ ਦੇ ਲਈ ਉਹ ਕੀ ਕਰਨਗੇ ਬ੍ਰੇਕ ਅਪ ਹੋਣ ਦੀ ਕੋਸ਼ਿਸ਼ ਕਰਨਗੇ ਜਸਟ ਲਾਈਕ ਕ੍ਰਿਪਟਨ ਐਂਡ ਆਇਰਨ। ਉਹ ਆਇਰਨ ਚ ਬ੍ਰੇਕ ਕਰ ਸਕਦਾ ਹੈ, ਕ੍ਰਿਪਟਨ ਚ ਬ੍ਰੇਕ ਕਰ ਸਕਦਾ ਹੈ, ਬੇਰੀਅਮ ਚ ਬ੍ਰੇਕ ਕਰ ਸਕਦਾ ਹੈ। ਸੋ ਇਦਾਂ ਦੇ ਕੁਝ ਨਾ ਕੁਝ ਫਿਸ਼ਨ ਫ੍ਰੈਗਮੈਂਟ ਬਣਾਉਣ ਦੀ ਕੋਸ਼ਿਸ਼ ਕਰੇਗਾ। ਮਤਲਬ ਕਿ ਐਂਡ ਆਫ ਦੀ ਡੇ ਜਿਹੜਾ ਰਿਜ਼ਲਟ ਹੈ ਜਿਹੜੇ ਹੈਵੀ ਲਾਈਟਰ ਨਿਊਕਲੀਆਈ ਹੈ ਉਹ ਉੱਪਰ ਜਾਣ ਦੀ ਕੋਸ਼ਿਸ਼ ਕਰਨਗੇ ਰਾਈਟ ਸਾਈਡ ਨੂੰ ਐਂਡ ਜਿਹੜੇ ਹੈਵੀ ਨਿਊਕਲੀਅਸ ਹੈ ਉਹ ਬੈਕਵਰਡ ਆਉਣ ਦੀ ਕੋਸ਼ਿਸ਼ ਕਰਨਗੇ ਜਿਹਦੇ ਨਾਲ ਕਿ ਉਹਨਾਂ ਦੀ ਸਟੇਬਿਲਿਟੀ ਇਨਕਰੀਜ਼ ਹੋਵੇ। ਸੋ ਅੱਜ ਦੇ ਟੌਪਿਕ ਦੇ ਵਿੱਚ ਬੇਟਾ ਇੰਨਾ ਹੀ ਬਹੁਤ ਹੈ। ਇਸ ਦੇ ਨਾਲ ਹੀ ਆਪਣਾ ਜਿਹੜਾ ਫਸਟ ਚੈਪਟਰ ਹੈ ਉਹ ਕੰਪਲੀਟ ਹੁੰਦਾ ਹੈ। ਨੈਕਸਟ ਟਾਈਮ ਆਪਾਂ ਜਿਹੜੇ ਮਿਲਾਂਗੇ ਦੈਟ ਵਿਲ ਬੀ ਲਿਕੁਇਡ ਡ੍ਰੌਪ ਮਾਡਲ। ਉਹ ਕਾਫੀ ਇੰਪੋਰਟੈਂਟ ਕਨਸੈਪਟ ਹੈ, ਉਹਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨਸ ਵਗੈਰਾ ਵੀ ਆਉਂਦੇ ਆ। ਅਗਰ ਕੋਈ ਡਾਊਟਸ ਵਗੈਰਾ ਹੈਗੇ ਆ ਤਾਂ ਬੇਟਾ ਮੇਰੇ ਨਾਲ ਕਲੀਅਰ ਕਰ ਸਕਦੇ ਹੋ, ਅਗਰ ਨਹੀਂ ਹੈ ਤਾਂ ਆਪਾਂ ਕਲਾਸ ਨੂੰ ਕਲੋਜ਼ ਕਰਾਂਗੇ। ਹਾਂਜੀ ਬੇਟਾ ਬੋਲੋ। एनी डाउट्स बोलो जी। अगर कोई डाउट्स है बेटा ठीक है जी बोलो। अगर कोई डाउट्स है तो हाँ जी बेटा बोलो अगर कोई डाउट्स है तो, अदरवाइज मैं क्लास क्लोज करांगा। No sir. Thank you very much beta. So see you next time. No sir. Okay.